ਵਿਆਹ ਦੇ 9 ਮਹੀਨਿਆਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੈਂ ਪਾਪਾ ਬਣ ਗਿਆ ਹਾਂ। ਇਹ ਖਬਰ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਕਿਉਂਕਿ ਵਿਆਹ ਤੋਂ ਬਾਅਦ ਮੈਂ ਤਾਂ ਆਪਣੀ ਪਤਨੀ ਨੂੰ ਹੱਥ ਨਹੀਂ ਲਾਇਆ ਸੀ, ਤਾਂ ਫਿਰ ਮੈਂ ਪਾਪਾ ਕਿਵੇਂ ਬਣ ਗਿਆ। ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਬਹੁਤ ਖੁਸ਼ ਸੀ। ਵਿਆਹ ਦੀ ਪਹਿਲੀ ਰਾਤ ਸੀਮਾ ਨੂੰ ਦੇਖ ਕੇ ਮੇਰੀ ਖੁਸ਼ੀ ਦਾ ਠਿਕਾਣਾ ਨਹੀਂ ਸੀ। ਜਦੋਂ ਮੈਂ ਕਮਰੇ ਵਿੱਚ ਗਿਆ ਤਾਂ ਸੀਮਾ ਦੀ ਤਬੀਅਤ ਖਰਾਬ ਸੀ। ਉਸ ਦੀ ਤਬੀਅਤ ਨੂੰ ਦੇਖ ਕੇ ਮੈਂ ਵੀ ਉਸ ਤੋਂ ਕੋਈ ਉਮੀਦ ਨਹੀਂ ਰੱਖੀ। ਅਸੀਂ ਕੁਝ ਸਮਾਂ ਗੱਲਾਂ ਕੀਤੀਆਂ ਤੇ ਫਿਰ ਦੋਨੋਂ ਸੌ ਗਏ। ਸਵੇਰ ਹੁੰਦੇ ਹੀ ਮੈਨੂੰ ਫੋਨ ਆਇਆ ਕਿ ਐਮਰਜੈਂਸੀ ਹੈ, ਇਸ ਲਈ ਜਲਦ ਹੀ ਆਉਣਾ ਹੋਵੇਗਾ। ਮੈਂ ਫੌਜ ਵਿੱਚ ਅਫਸਰ ਸੀ। ਮੈਂ ਆਪਣੇ ਕੰਮ ਪ੍ਰਤੀ ਵਫਾਦਾਰ ਸੀ, ਇਸ ਲਈ ਮੈਂ ਇਹ ਨਹੀਂ ਦੇਖਿਆ ਕਿ ਮੈਂ ਆਪਣੀ ਨਵੀਂ ਨਵੇਲੀ ਦੁਲਹਨ ਸੀਮਾ ਨੂੰ ਛੱਡ ਕੇ ਜਾ ਰਿਹਾ ਹਾਂ। ਉਹ ਵੀ ਬਹੁਤ ਸਮਝਦਾਰ ਸੀ, ਉਸ ਨੇ ਵੀ ਮੈਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਉੱਥੇ ਜਾਂਦੇ ਹੀ ਮੈਂ ਡਿਊਟੀ ਜੁਆਇਨ ਕਰ ਲਈ ਸੀ। ਐਮਰਜੈਂਸੀ ਲੱਗੀ ਹੋਣ ਕਾਰਨ ਮੇਰੀ ਤਾਂ ਘਰ ਗੱਲ ਹੀ ਨਹੀਂ ਹੋਈ। ਇੱਕ ਦੋ ਵਾਰ ਹੋਈ ਵੀ, ਪਰ ਹਾਲ ਚਾਲ ਪੁੱਛਣ ਤੋਂ ਵੱਧ ਹੋਰ ਕੋਈ ਗੱਲ ਨਾ ਹੋਈ, ਕਿਉਂਕਿ ਜ਼ਿਆਦਾ ਸਮਾਂ ਨਹੀਂ ਮਿਲਦਾ ਸੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਵਿਆਹ ਨੂੰ 9 ਮਹੀਨੇ ਗੁਜ਼ਰ ਗਏ। 9 ਮਹੀਨੇ ਬਾਅਦ ਪਤਾ ਚੱਲਿਆ ਕਿ ਸੀਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਹ ਸੁਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਅਜਿਹਾ ਕਿਵੇਂ ਹੋ ਸਕਦਾ ਹੈ? ਜਿਸ ਨੇ ਇਹ ਖਬਰ ਸੁਣਾਈ ਸੀ ਉਹ ਕੋਈ ਹੋਰ ਨਹੀਂ ਸਗੋਂ ਮੇਰੀ ਭੈਣ ਨੇਹਾ ਸੀ। ਮੈਂ ਉਸ ਨੂੰ ਕੁਝ ਨਹੀਂ ਕਿਹਾ ਤੇ ਛੇਤੀ ਹੀ ਛੁੱਟੀ ਲੈ ਕੇ ਘਰ ਲਈ ਰਵਾਨਾ ਹੋ ਗਿਆ। ਘਰ ਆ ਕੇ ਸੀਮਾ ਦੀ ਗੋਦ ਵਿੱਚ ਬੱਚਾ ਦੇਖਿਆ। ਬੱਚਾ ਦੇਖ ਕੇ ਮੇਰਾ ਪਾਰਾ ਹਾਈ ਹੋ ਗਿਆ। ਹਜੇ ਮੈਂ ਸੀਮਾ ਨੂੰ ਕੁਝ ਕਹਿਣ ਤੇ ਪੁੱਛਣ ਹੀ ਵਾਲਾ ਸੀ ਕਿ ਮੇਰੀ ਮਾਂ ਉੱਥੇ ਆ ਗਈ ਤੇ ਮੈਨੂੰ ਸੱਦ ਕੇ ਆਪਣੇ ਕੋਲ ਲੈ ਆਈ। ਮੈਂ ਆਪਣੇ ਤੇ ਸੀਮਾ ਬਾਰੇ ਕਿਸੇ ਨੂੰ ਕੁਝ ਵੀ ਦੱਸ ਕੇ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਮੈਂ ਮਾਂ ਨੂੰ ਕੁਝ ਨਹੀਂ ਕਿਹਾ। ਪਰ ਮੇਰੇ ਬਿਨਾਂ ਕੁਝ ਕਹੇ ਹੀ ਮਾਂ ਮੈਨੂੰ ਕਹਿਣ ਲੱਗੀ, ਬੇਟਾ ਮੈਨੂੰ ਪਤਾ ਹੈ ਕਿ ਇਹ ਬੱਚਾ ਤੇਰਾ ਤੇ ਸੀਮਾ ਦਾ ਨਹੀਂ ਹੈ। ਆਪਣੀ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ। ਮਾਂ ਨੇ ਕਿਹਾ, ਘਬਰਾ ਨਾ, ਮੈਂ ਤੈਨੂੰ ਸਭ ਦੱਸਦੀ ਹਾਂ। ਬਸ ਤੇਰੀ ਭੈਣ ਤੇ ਜੀਜਾ ਹੁਣ ਆਉਣ ਹੀ ਵਾਲੇ ਹਨ। ਤੂੰ ਉਹਨਾਂ ਨੂੰ ਇਹ ਜ਼ਾਹਰ ਨਾ ਹੋਣ ਦੇਵੀਂ ਕਿ ਇਹ ਬੱਚਾ ਤੇਰਾ ਨਹੀਂ ਹੈ। ਸਗੋਂ ਉਹਨਾਂ ਦੇ ਸਾਹਮਣੇ ਬੱਚੇ ਨੂੰ ਲਾਡ ਦੁਲਾਰ ਕਰੀ, ਕਿਉਂਕਿ ਇਹ ਬੱਚਾ ਤੇਰੀ ਭੈਣ ਤੇ ਜੀਜਾ ਗੋਦ ਲੈਣਾ ਚਾਹੁੰਦੇ ਹਨ। ਤੇਰੇ ਜੀਜੇ ਨੂੰ ਇਹ ਲੱਗਦਾ ਹੈ ਕਿ ਇਹ ਬੱਚਾ ਤੇਰਾ ਤੇ ਸੀਮਾ ਦਾ ਹੈ। ਉਸ ਨੂੰ ਇਹ ਸ਼ੱਕ ਨਾ ਹੋਵੇ ਕਿ ਇਹ ਬੱਚਾ ਤੁਹਾਡਾ ਨਹੀਂ ਹੈ, ਨਹੀਂ ਤਾਂ ਤੇਰੀ ਭੈਣ ਤੇ ਕਿਆਮਤ ਆ ਜਾਵੇਗੀ ਤੇ ਇੰਨੇ ਦਿਨਾਂ ਦੀ ਮਿਹਨਤ ਦੇ ਨਾਲ ਤੇਰੀ ਭੈਣ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਵੇਗੀ। ਹਜੇ ਮਾਂ ਮੇਰੇ ਨਾਲ ਇਹ ਸਭ ਗੱਲਾਂ ਕਰ ਹੀ ਰਹੀ ਸੀ ਕਿ ਮੇਰੀ ਭੈਣ ਤੇ ਜੀਜਾ ਜੀ ਆ ਗਏ। ਉਹਨਾਂ ਦੇ ਆਉਂਦੇ ਹੀ ਮਾਂ ਨੇ ਮੈਨੂੰ ਇਸ਼ਾਰਾ ਕੀਤਾ ਤੇ ਮੈਂ ਸੀਮਾ ਕੋਲ ਕਮਰੇ ਵਿੱਚ ਗਿਆ ਤੇ ਉਸ ਬੱਚੇ ਨੂੰ ਉਠਾ ਲਿਆਇਆ। ਮੇਰੇ ਜੀਜਾ ਜੀ ਨੇ ਉਹ ਬੱਚਾ ਗੋਦ ਵਿੱਚ ਲੈ ਲਿਆ ਤੇ ਕਹਿਣ ਲੱਗੇ, ਜੋ ਤੁਸੀਂ ਦੋਨਾਂ ਨੇ ਸਾਡੇ ਲਈ ਕੀਤਾ ਹੈ ਉਹ ਅਹਿਸਾਨ ਮੈਂ ਜ਼ਿੰਦਗੀ ਭਰ ਨਹੀਂ ਭੁੱਲਾਂਗਾ। ਫਿਰ ਉਹ ਦੋਨੇ ਕੁਝ ਸਮਾਂ ਉੱਥੇ ਰੁਕੇ ਤੇ ਫਿਰ ਬੱਚਾ ਲੈ ਕੇ ਆਪਣੇ ਘਰ ਚਲੇ ਗਏ। ਮੇਰੇ ਮਨ ਵਿੱਚ ਹਜ਼ਾਰਾਂ ਸਵਾਲ ਘੁੰਮ ਰਹੇ ਸਨ। ਉਹਨਾਂ ਦੇ ਜਾਂਦੇ ਹੀ ਮਾਂ ਨੇ ਮੈਨੂੰ ਦੱਸਿਆ ਕਿ ਇਹ ਬੱਚਾ ਤੇਰਾ ਨਹੀਂ ਹੈ, ਪਰ ਤੇਰੀ ਭੈਣ ਦੀ ਜ਼ਿੰਦਗੀ ਦਾ ਸਵਾਲ ਸੀ। ਤੈਨੂੰ ਤਾਂ ਪਤਾ ਹੈ ਕਿ ਤੇਰੀ ਭੈਣ ਦੇ ਵਿਆਹ ਨੂੰ 10 ਸਾਲ ਹੋ ਗਏ ਸਨ, ਪਰ ਉਸ ਦੇ ਬੱਚਾ ਨਹੀਂ ਹੋ ਰਿਹਾ ਸੀ। ਇਸ ਕਰਕੇ ਨੇਹਾ ਦੀ ਸੱਸ ਤੇਰੇ ਜੀਜੇ ਦਾ ਦੂਜਾ ਵਿਆਹ ਕਰਨਾ ਚਾਹੁੰਦੀ ਸੀ, ਪਰ ਮੇਰੇ ਜਿਉਂਦੇ ਜੀ ਮੈਂ ਆਪਣੀ ਧੀ ਦਾ ਘਰ ਉਜੜਦਾ ਨਹੀਂ ਦੇਖ ਸਕਦੀ ਸੀ। ਮੈਂ ਤੇ ਨੇਹਾ ਨੇ ਤੇਰੇ ਜੀਜੇ ਨੂੰ ਬੱਚਾ ਗੋਦ ਲੈਣ ਦੀ ਗੱਲ ਕਹੀ ਤਾਂ ਉਸ ਦੀ ਮਾਂ ਨੇ ਕਿਹਾ ਕਿ ਅਸੀਂ ਬੱਚਾ ਗੋਦ ਲੈ ਸਕਦੇ ਹਾਂ, ਪਰ ਇਹ ਬੱਚਾ ਆਪਣੇ ਖਾਨਦਾਨ ਜਾਂ ਰਿਸ਼ਤੇਦਾਰੀ ਦਾ ਹੋਵੇ। ਅਸੀਂ ਹੋਰ ਕਿਸੇ ਦਾ ਬੱਚਾ ਗੋਦ ਨਹੀਂ ਲੈਣਾ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਨਾ ਚਾਹੁੰਦੇ ਹੋਏ ਵੀ ਤੇਰੀ ਇਜਾਜ਼ਤ ਤੋਂ ਬਿਨਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੇ ਬੱਚੇ ਦਾ ਬੱਚਾ ਤੁਹਾਨੂੰ ਦੇ ਦੇਵਾਂਗੀ, ਪਰ ਬੱਚਾ ਹੋਣਾ ਜਾਂ ਨਾ ਹੋਣਾ ਤਾਂ ਰੱਬ ਦੇ ਹੱਥ ਹੁੰਦਾ ਹੈ। ਮੈਨੂੰ ਪਤਾ ਸੀ ਕਿ ਸੀਮਾ ਪ੍ਰੈਗਨੈਂਟ ਨਹੀਂ ਹੈ ਤੇ ਦੂਜੇ ਪਾਸੇ ਆਪਣੀ ਧੀ ਦਾ ਘਰ ਟੁੱਟਣ ਤੋਂ ਬਚਾਉਣਾ ਸੀ, ਕਿਉਂਕਿ ਉਸਦੀ ਸੱਸ ਨੇ ਇਹ ਗੱਲ ਫੜੀ ਹੋਈ ਸੀ ਕਿ ਜੇ ਅਗਲੇ ਸਾਲ ਤੱਕ ਬੱਚਾ ਨਾ ਹੋਇਆ ਤਾਂ ਮੈਂ ਆਪਣੇ ਮੁੰਡੇ ਦਾ ਦੂਜਾ ਵਿਆਹ ਕਰਵਾ ਦੇਣਾ ਹੈ।
ਇਸ ਲਈ ਸੀਮਾ ਤੋਂ ਇਜਾਜ਼ਤ ਲੈ ਕੇ ਮੈਂ ਤੇ ਨੇਹਾ ਨੇ ਉਸਦੇ ਸਸੁਰਾਲ ਵਾਲਿਆਂ ਨੂੰ ਕਹਿ ਦਿੱਤਾ ਸੀ ਕਿ ਸੀਮਾ ਪ੍ਰੈਗਨੈਂਟ ਹੈ ਤੇ ਫਿਰ ਅਸੀਂ ਅਨਾਥ ਆਸ਼ਰਮ ਬੱਚਾ ਲੈਣ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ। 9 ਮਹੀਨੇ ਪੂਰੇ ਹੁੰਦੇ ਸਾਰਾ ਪ੍ਰੋਸੈਸ ਹੋ ਗਿਆ ਤੇ ਅਸੀਂ ਬੱਚਾ ਘਰ ਲੈ ਆਂਦਾ ਤੇ ਨੇਹਾ ਦੇ ਸਸੁਰਾਲ ਵਾਲਿਆਂ ਨੂੰ ਵੀ ਦੱਸ ਦਿੱਤਾ ਕਿ ਸੀਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ ਤੇ ਤੁਸੀਂ ਆ ਕੇ ਬੱਚਾ ਲੈ ਸਕਦੇ ਹੋ। ਫਿਰ ਤੇਰੇ ਜੀਜਾ ਜੀ ਨੇ ਕਿਹਾ ਕਿ ਇੱਕ ਵਾਰ ਤੈਨੂੰ ਵੀ ਦੱਸ ਦੇਣਾ ਚਾਹੀਦਾ ਹੈ, ਇਸ ਲਈ ਤੈਨੂੰ ਨੇਹਾ ਨੇ ਉਸ ਦਿਨ ਫੋਨ ਕੀਤਾ ਸੀ ਤੇ ਇਹ ਖੁਸ਼ਖਬਰੀ ਸੁਣਾਈ ਸੀ। ਜਦੋਂ ਨੇਹਾ ਨੇ ਫੋਨ ਕੀਤਾ ਸੀ ਤਾਂ ਤੇਰਾ ਜੀਜਾ ਵੀ ਕੋਲ ਹੀ ਸੀ, ਇਸ ਲਈ ਉਹ ਤੈਨੂੰ ਕੁਝ ਨਹੀਂ ਦੱਸ ਸਕੀ। ਤੇਰੇ ਨਾਲ ਕਦੇ ਐਨੀ ਗੱਲ ਵੀ ਨਹੀਂ ਹੋਈ ਕਿ ਤੈਨੂੰ ਸਭ ਕੁਝ ਦੱਸ ਸਕੀਏ। ਬੇਟਾ ਅੱਜ ਮੈਨੂੰ ਵਚਨ ਦੇ ਕਿ ਆਪਣੀ ਭੈਣ ਦਾ ਘਰ ਬਚਾਉਣ ਲਈ ਤੂੰ ਇਸ ਗੱਲ ਨੂੰ ਰਾਜ਼ ਹੀ ਰੱਖੇਂਗਾ। ਆਪਣੀ ਮਾਂ ਦੇ ਮੂੰਹੋਂ ਇਹ ਸਭ ਗੱਲਾਂ ਸੁਣ ਕੇ ਮੈਨੂੰ ਤਸੱਲੀ ਹੋਈ। ਮੈਂ ਮਾਂ ਨੂੰ ਕਿਹਾ ਕਿ ਮਾਂ ਇਹ ਕੀ ਕਹਿ ਰਹੀ ਹੈ ਭਲਾ, ਮੈਂ ਕਿਉਂ ਆਪਣੀ ਭੈਣ ਦਾ ਘਰ ਬਰਬਾਦ ਕਰਾਂਗਾ। ਇਹ ਗੱਲ ਹਮੇਸ਼ਾ ਰਾਜ਼ ਹੀ ਰਹੇਗੀ, ਮੈਂ ਕਿਸੇ ਨੂੰ ਨਹੀਂ ਦੱਸਾਂਗਾ। ਮਾਂ ਨਾਲ ਗੱਲਾਂ ਕਰਨ ਤੋਂ ਬਾਅਦ ਮੈਂ ਸੀਮਾ ਦੇ ਕਮਰੇ ਵਿੱਚ ਗਿਆ। ਸੀਮਾ ਬੈਠੀ ਹੋਈ ਸੀ, ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਭਰ ਆਈਆਂ। ਮੈਂ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਸੀਮਾ ਤੋਂ ਕੰਨ ਫੜ ਕੇ ਮਾफ़ੀ ਮੰਗਦੇ ਹੋਏ ਕਿਹਾ ਕਿ ਸੀਮਾ ਮੈਨੂੰ ਮਾफ़ ਕਰ ਦੇ, ਹੋਰ ਕਿੰਨੀਆਂ ਕੁਰਬਾਨੀਆਂ ਦੇਵੇਂਗੀ ਤੂੰ ਮੇਰੇ ਤੇ ਮੇਰੇ ਪਰਿਵਾਰ ਲਈ। ਵਿਆਹ ਦੇ ਦੂਜੇ ਦਿਨ ਹੀ ਮੈਂ ਤੈਨੂੰ ਛੱਡ ਕੇ ਡਿਊਟੀ ਤੇ ਚਲਿਆ ਗਿਆ, ਪਰ ਤੂੰ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ, ਸਗੋਂ ਬਿਨਾਂ ਕਿਸੇ ਸਵਾਰਥ ਦੇ ਖੁਸ਼ੀ ਮੇਰੇ ਪਰਿਵਾਰ ਨਾਲ ਵਧੀਆ ਰਹੀ। ਮੇਰੀ ਭੈਣ ਦਾ ਘਰ ਬਚਾਉਣ ਲਈ ਮੇਰੀ ਮਾਂ ਦਾ ਪੂਰਾ ਸਾਥ ਦਿੱਤਾ। ਤੇਰੇ ਵਰਗੀ ਪਤਨੀ ਕਿਸਮਤ ਨਾਲ ਹੀ ਮਿਲਦੀ ਹੈ। ਨੇਹਾ ਨੇ ਮੈਨੂੰ ਚੁੱਪ ਕਰਾਉਂਦੇ ਹੋਏ ਕਿਹਾ ਕਿ ਇਹ ਤੁਹਾਡਾ ਇਕੱਲਿਆਂ ਦਾ ਪਰਿਵਾਰ ਨਹੀਂ ਹੈ, ਮੇਰਾ ਵੀ ਹੈ। ਫਿਰ ਉਸਨੇ ਮੈਨੂੰ ਗਲੇ ਲਾ ਲਿਆ। ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।